हेलो स्टूडेंट्स, I'm सुखविंदर फ्रॉम इकोनॉमिक्स डिपार्टमेंट GST कॉलेज हरियाणा। अज असी टॉपिक करन जा रहे हैं फैक्टर्स रिलेटेड टू कॉमन मैनेजमेंट डिसीजनस। ਜਿਹੜੇ मैनेजमेंट डिसीजनस फॉर्म मैनेजमेंट असी करते पे हैं, टॉपिक मेन पेपर साडा ਉਹਦੇ ਵਿੱਚ मैनेजमेंट डिसीजनस आ ਜਿਹੜੇ ਉਹ ਕਿਹੜੇ ਆ, कॉमन मैनेजमेंट डिसीजनस ਜਿਹੜੇ ਉਹਨਾਂ ਨਾਲ ਰਿਲੇਟਡ ਜਿਹੜੇ ਫੈਕਟਰਸ ਆ ਉਹ ਕਿਹੜੇ ਆ, ਇਹ ਆਪਾਂ ਕਰਨ ਜਾ ਰਹੇ ਹਾਂ। ਬਹੁਤ ਸਾਰੇ ਫੈਕਟਰਸ ਆ ਜਿਹੜੇ ਮੈਨੇਜਮੈਂਟ ਦੇ ਡਿਸੀਜਨਸ ਨੂੰ ਪ੍ਰਭਾਵਿਤ ਕਰਦੇ ਆ ਔਰ ਚੰਗੇ ਫਾਰਮ ਮੈਨੇਜਰ ਲਈ ਬਹੁਤ ਜ਼ਰੂਰੀ ਹੈ ਕਿ ਉਹਨਾਂ ਦੀ ਉਸਨੂੰ ਨੌਲੇਜ ਹੋਵੇ ਅਤੇ ਉਹਨਾਂ ਨੂੰ ਸਾਰਿਆਂ ਨੂੰ ਧਿਆਨ ਦੇ ਵਿੱਚ ਰੱਖੇ ਤਾਂ ਜੋ ਫਾਰਮ ਤੋਂ ਪ੍ਰਾਪਤ ਹੋਣ ਵਾਲੀ ਜਿਹੜੀ ਆਊਟਪੁੱਟ ਆ, ਜੋ ਵੀ ਉਹ ਤੋਂ ਰਿਵਾਰਡ ਸਾਨੂੰ ਮਿਲਦਾ, ਪ੍ਰੋਫਿਟ ਮਿਲਦਾ, ਉਹ ਮੈਕਸੀਮਮ ਹੋ ਜਾਏ। ਅਤੇ ਦੋ ਤਰ੍ਹਾਂ ਦੇ ਡਿਸੀਜ਼ਨਸ ਹੁੰਦੇ ਨੇ ਜਿਹੜੇ ਫਾਰਮ ਮੈਨੇਜਮੈਂਟ ਨੂੰ ਇਫੈਕਟ ਕਰਦੇ ਆ। ਫਸਟ ਹੈਗੇ ਨੇ ਜੀ ਫੈਕਟਰਸ ਰਿਲੇਟਡ ਵਿਦ ਔਰਗਨਾਈਜੇਸ਼ਨਲ ਡਿਸੀਜ਼ਨਸ, ਕਿਉਂਕਿ ਆਪਾਂ ਕਰ ਚੁੱਕੇ ਹਾਂ ਕਿ ਦੋ ਤਰ੍ਹਾਂ ਦੇ ਡਿਸੀਜ਼ਨਸ ਇਹ ਆਪਾਂ ਪਹਿਲਾਂ ਇੱਕ ਲੈਕਚਰ ਦੇ ਵਿੱਚ ਕਰ ਚੁੱਕੇ ਹਾਂ ਕਿ ਇੱਕ ਔਰਗਨਾਈਜੇਸ਼ਨਲ ਡਿਸੀਜਨ ਹੁੰਦੇ ਆ, ਇੱਕ ਆਪਰੇਸ਼ਨਲ ਡਿਸੀਜਨਸ ਹੁੰਦੇ ਆ। ਇਹ ਦੋ ਲੈਕਚਰਸ ਦੇ ਵਿੱਚ ਕੀਤੇ ਆਪਾਂ ਪਹਿਲਾਂ। ਅਤੇ ਔਰਗਨਾਈਜੇਸ਼ਨਲ ਡਿਸੀਜ਼ਨ ਨਾਲ ਰਿਲੇਟਡ ਫੈਕਟਰਸ ਅਤੇ ਦੂਸਰਾ ਹੈਗਾ ਆਪਰੇਸ਼ਨਲ ਡਿਸੀਜ਼ਨਸ ਨਾਲ ਰਿਲੇਟਡ ਫੈਕਟਰਸ ਜਿਹੜੇ ਫਾਰਮ ਮੈਨੇਜਮੈਂਟ ਨੂੰ ਕਾਮਨ ਮੈਨੇਜਮੈਂਟ ਡਿਸੀਜ਼ਨਸ ਦੇ ਨਾਲ ਜਿਹੜੇ ਰਿਲੇਟਡ ਹੁੰਦੇ ਆ। ਫਸਟ ਹੈਗਾ ਜੀ ਫੈਕਟਰਸ ਰਿਲੇਟਡ ਵਿਦ organizational decisions and second हैगा factors related with operational decisions। फस्ट आप करांगे जी factors related with organizational decisions। organizational decisions किहड़े हुंदे आ जिहड़े फॉर्म दी किसी भी फॉर्म दी एडमिनिस्ट्रेशन दे नाल रिलेटेड हुंदे आ और इन्हां ਜਿਹੜੇ ਡਿਸੀਜ਼ਨਸ ਦਾ ਜਿਹੜਾ ਮੇਨ ਓਬਜੈਕਟਿਵ ਆ ਇਹ ਹੁੰਦਾ ਕਿ ਫਾਰਮ ਨੂੰ ਇੱਕ ਯੂਨਿਟ ਦੇ ਤੌਰ 'ਤੇ ਲੈ ਕੇ ਉਸ ਤੋਂ ਮੈਕਸੀਮਮ ਪ੍ਰੋਫਿਟ ਜਿਹੜਾ ਅਰਨ ਕਰਨਾ। ਹੁਣ ਫਾਰਮ ਔਰਗਨਾਈਜੇਸ਼ਨਲ ਡਿਸੀਜ਼ਨਸ ਦੇ ਵਿੱਚ ਕਿਹੜੇ ਫੈਕਟਰਸ ਆ ਜਿਹੜੇ ਰਿਲੇਟਡ ਆ। ਫਸਟ ਹੈਗਾ ਸਾਈਜ਼ ਆਫ ਦੀ ਫਾਰਮ। ਕਿਉਂ ਸਾਈਜ਼ ਆਫ ਦੀ ਫਾਰਮ ਬਹੁਤ ਇੰਪੋਰਟੈਂਟ ਆ ਔਰ ਇਹ ਉਹ ਫੈਕਟਰ ਆ ਜਿਹੜਾ ਮੈਨੇਜਮੈਂਟ ਡਿਸੀਜ਼ਨਸ ਨੂੰ ਅਫੈਕਟ ਕਰਦਾ, ਕਿਉਂਕਿ ਫਾਰਮ ਦਾ ਸਾਈਜ਼ ਜੇ ਸਮੋਲ ਹੋਏਗਾ ਅਤੇ ਉਸ 'ਤੇ ਹੋਰ ਤਰ੍ਹਾਂ ਦੀ ਟੈਕਨੋਲੋਜੀ ਯੂਜ਼ ਹੋਏਗੀ। ਜੇ ਲਾਰਜ ਸਾਈਜ਼ ਹੋਏਗਾ ਫਾਰਮ ਦਾ ਤਾਂ ਉੱਥੇ ਕੋਈ ਟੈਕਨੋਲੋਜੀ ਜਿਹੜੀ ਆ ਮਾਡਰਨ ਨਿਊ ਟੈਕਨੀਕਸ, ਨਿਊ ਇਕਵਿਪਮੈਂਟਸ ਵੀ ਆਪਾਂ ਯੂਜ਼ ਕਰ ਸਕਦੇ ਹਾਂ। ਦੈਨ ਸੇਮ ਕ੍ਰੋਪਿੰਗ ਪੈਟਰਨ ਆ ਜਿਹੜਾ ਉਹ ਵੀ ਫਾਰਮ ਦੇ ਸਾਈਜ਼ ਦੇ ਅਕੋਰਡਿੰਗ ਹੀ ਜਿਹੜਾ ਡਿਸਾਈਡ ਕੀਤਾ ਜਾਂਦਾ। ਉਹਦੇ ਕ੍ਰੋਪਿੰਗ ਪੈਟਰਨ ਵੀ ਫਾਰਮ ਦਾ ਸਾਈਜ਼ ਜਿਹੜਾ ਬਹੁਤ ਜ਼ਿਆਦਾ ਇਫੈਕਟ ਕਰਦਾ। ਬਹੁਤ ਸਾਰੀਆਂ ਕਮਰਸ਼ੀਅਲ ਕ੍ਰੋਪਸ ਆ ਜਿਹੜੀਆਂ ਅਸੀਂ ਲਾਰਜ ਸਕੇਲ 'ਤੇ ਬੀਜਣੀਆਂ ਚਾਹੁੰਦੇ ਹਾਂ। ਬਹੁਤ ਸਾਰੀਆਂ ਕ੍ਰੋਪਸ ਲਾਈਕ ਵੈਜੀਟੇਬਲਸ ਆ ਜਿਹੜੀਆਂ ਅਸੀਂ ਸਮੋਲ ਸਕੇਲ ਦੇ ਉੱਤੇ ਬੀਜਣਾ ਚਾਹੁੰਦੇ ਹਾਂ। ਇਸ ਲਈ ਜਿਹੜਾ ਫਾਰਮ ਦਾ ਸਾਈਜ਼ ਆ ਇਹ ਔਰਗਨਾਈਜੇਸ਼ਨਲ ਡਿਸੀਜ਼ਨਸ ਦੇ ਵਿੱਚ ਕਾਫੀ ਇੰਪੋਰਟੈਂਟ ਫੈਕਟਰ ਹੈ। ਨੈਕਸਟ ਹੈਗਾ ਜੀ ਯੂਜ਼ ਆਫ ਰਿਸੋਰਸਿਸ। ਇਹਦੇ ਵਿੱਚ ਇਹ ਹੈ ਕਿ ਫਾਰਮ ਮੈਨੇਜਰ ਨੇ ਇਹ ਵੀ ਡਿਸਾਈਡ ਕਰਨਾ ਹੁੰਦਾ ਕਿ ਜਿੰਨੇ ਉਹਦੇ ਕੋਲ ਰਿਸੋਰਸਿਸ ਆ ਉਹਨਾਂ ਦਾ ਬੈਸਟ ਯੂਜ਼ ਕਿਸ ਤਰ੍ਹਾਂ ਹੋਏਗਾ। ਈਵਨ ਜੇ ਉਸ ਨੂੰ ਕੋਈ ਹੋਰ ਇਕਵਿਪਮੈਂਟ ਚਾਹੀਦੀ ਹੈ ਅਤੇ ਜੇ ਉਹ ਉਹਦੇ ਕੋਲ ਪੋਸੀਬਲ ਨਹੀਂ ਆ ਤਾਂ ਉਹ ਜਿਹੜੀਆਂ ਇਕਵਿਪਮੈਂਟਸ ਉਹਦੇ ਕੋਲ ਹੈਗੀਆਂ ਉਹਨਾਂ ਦਾ ਉਹ ਕਿਸ ਤਰ੍ਹਾਂ ਬੈਸਟ ਯੂਜ਼ ਕਰੇਗਾ। ਇਹ ਵੀ ਇੱਕ ਇੰਪੋਰਟੈਂਟ ਜਿਹੜਾ ਫੈਕਟਰ ਹੈ। ਨੈਕਸਟ ਹੈਗਾ ਜੀ ਕੰਬੀਨੇਸ਼ਨ ਆਫ ਲੇਬਰ ਐਂਡ ਕੈਪੀਟਲ। ਹੁਣ ਫਾਰਮ ਐਂਟਰਪ੍ਰਾਈਜ਼ ਦੇ ਵਿੱਚ ਹਰੇਕ ਆਮ ਬਿਜ਼ਨਸ ਦੀ ਤਰ੍ਹਾਂ ਹੀ ਲੇਬਰਰ ਵੀ ਯੂਜ਼ ਹੁੰਦਾ ਅਤੇ ਲੇਬਰਰ ਵੀ ਕੰਮ ਕਰਦਾ ਅਤੇ ਉਸ ਦੇ ਨਾਲ ਉਸ ਦੀਆਂ ਜਿਹੜੀਆਂ ਮਸ਼ੀਨਸ ਆ, ਟੈਕਨੀਕਸ ਆ, ਉਹ ਵੀ ਕੰਮ ਕਰਦੀਆਂ। ਹੁਣ ਉਹਨਾਂ ਦਾ ਕਿਸ ਤਰ੍ਹਾਂ ਦਾ ਕੰਬੀਨੇਸ਼ਨ ਜਿਹੜਾ ਕਿੰਨੀ ਲੇਬਰ, ਕਿੰਨੀ ਮਸ਼ੀਨ, ਕਿੰਨੀ ਕੈਪੀਟਲ ਮੀਨਸ ਯੂਜ਼ ਕਰਨੀ ਆ, ਇਹ ਕੰਬੀਨੇਸ਼ਨ ਆ ਜਿਹੜਾ ਕਿੰਨਾ ਲਗਾਇਆ ਜਾਣਾ, ਇਹ ਵੀ ਇੱਕ ਮੇਨ ਡਿਸੀਜ਼ਨ ਆ, ਇੱਕ ਮੇਨ ਫੈਕਟਰ ਆ। ਕਿਉਂਕਿ ਜੇ ਮੰਨ ਲਓ ਕਿਸੇ ਦੇ ਕੋਲ ਕੈਪੀਟਲ ਹੈ ਹੀ ਘੱਟ, ਜਿਸ ਮਾਡਰਨ ਨਿਊ ਟੈਕਨੋਲੋਜੀ ਉਹਦੇ ਕੋਲ ਘੱਟ ਆ ਤਾਂ ਬਿਨਾਂ ਸ਼ੱਕ ਉਹ ਜ਼ਿਆਦਾ ਲੇਬਰਰ ਹੀ ਲਗਾਏਗਾ। ਅਤੇ ਜੇ ਉਹਦੇ ਕੋਲ ਟੈਕਨੀਕਸ ਜ਼ਿਆਦਾ ਹੈ ਤਾਂ ਉਹ ਲੇਬਰ ਘੱਟ ਲਗਾਏਗਾ। ਪਰ ਫਿਰ ਵੀ ਇੱਕ ਮੇਨ ਡਿਸੀਜ਼ਨ ਆ ਜਿਹੜਾ ਲੈਣਾ ਪੈਂਦਾ, ਕਿਉਂਕਿ ਬੇਸ਼ੱਕ ਮੰਨ ਲਓ ਤੁਹਾਡੇ ਕੋਲ ਲੇਬਰਰ ਮਸ਼ੀਨਸ ਘੱਟ ਆ ਅਤੇ ਤੁਸੀਂ ਜ਼ਿਆਦਾ ਲੇਬਰਰ ਲਗਾਓਗੇ, ਪਰ ਫਿਰ ਵੀ ਇੱਕ ਲਿਮਿਟ ਤਾਂ ਹੈਗੀ ਆ ਕਿ ਇੰਨੀ ਕੈਪੀਟਲ ਤਾਂ ਤੁਹਾਨੂੰ ਚਾਹੀਦੀ ਹੋਏਗੀ। ਸੇਮ ਬੇਸ਼ੱਕ ਤੁਸੀਂ ਮਾਡਰਨ ਟੈਕਨੀਕਸ ਵੀ ਯੂਜ਼ ਕਰਦੇ ਆ ਤਾਂ ਵੀ ਇੱਕ ਤਾਂ ਹੈ ਕਿ ਇੰਨੇ ਲੇਬਰਰ ਤੁਹਾਨੂੰ ਚਾਹੀਦੇ ਹੀ ਹੋਣਗੇ। ਇਸ ਲਈ ਇਹ ਵੀ ਜਿਹੜਾ ਕੰਬੀਨੇਸ਼ਨ ਆ ਲੇਬਰ ਕੈਪੀਟਲ ਦਾ ਕਾਫੀ ਇੰਪੋਰਟੈਂਟ ਫੈਕਟਰ ਆ ਜਿਹੜਾ ਔਰਗਨਾਈਜੇਸ਼ਨਲ ਡਿਸੀਜ਼ਨਸ ਨੂੰ ਇਫੈਕਟ ਕਰਦਾ। ਫਾਈਨੈਂਸ਼ੀਅਲ ਰਿਕੁਆਇਰਮੈਂਟਸ ਫਿਰ ਇਹ ਵੀ ਹੈ ਕਿ ਫਾਰਮਰ, ਜਿਸ ਤਰ੍ਹਾਂ ਅੱਗੇ ਵੀ ਅਸੀਂ ਗੱਲ ਕੀਤੀ ਹੈ ਕਿ ਫਾਰਮ ਮੈਨੇਜਮੈਂਟ ਦੇ ਵਿੱਚ ਹਰੇਕ ਐਂਟਰਪ੍ਰਾਈਜ਼ ਦੇ ਵਿੱਚ ਖੈਰ ਫਾਈਨੈਂਸ਼ੀਅਲ ਜਿਹੜੀਆਂ ਐਕਟੀਵਿਟੀਜ਼ ਆ, ਫਾਈਨਾਂਸ ਆ ਜਿਹੜਾ ਬਹੁਤ ਇੰਪੋਰਟੈਂਟ ਰੋਲ ਪਲੇ ਕਰਦਾ। ਫਾਈਨਾਂਸ ਕਿੱਥੋਂ ਅਰੇਂਜ ਕੀਤਾ ਜਾਏਗਾ, ਕਦੋਂ ਅਰੇਂਜ ਹੋ ਸਕਦਾ ਹੈ, ਕਿੰਨੀ ਮਾਤਰਾ 'ਚ ਅਰੇਂਜ ਹੋ ਸਕਦਾ, ਇਹ ਸਾਰਾ ਵੀ ਇੰਪੋਰਟੈਂਟ ਫੈਕਟਰਸ ਦੇ ਵਿੱਚ ਆਉਂਦਾ ਹੈ ਅਤੇ ਇਹ ਕਾਫੀ ਪ੍ਰਭਾਵਿਤ ਕਰਦਾ। टाइप ऑफ फार्मिंग भी काफ़ी सारी टाइप्स की होंगी है। मिक्सड फार्मिंग होंदी पई आ, फैमिली फार्मिंग होंदी पई आ, डोमैसटिक परपज़ दी फार्मिंग होंदी पई आ।
ਇਹ ਸਾਰਾ ਵੀ ਇਹ ਫੈਕਟਰਸ ਵੀ ਕਾਫੀ ਇਫੈਕਟ ਕਰਦੇ ਆ। ਦੈਨ ਉਸ ਤੋਂ ਬਾਅਦ ਕ੍ਰੋਪਿੰਗ ਪੈਟਰਨ ਕਿਹੜਾ ਅਸੀਂ ਅਡੋਪਟ ਕੀਤਾ ਹੋਇਆ, ਕਿਉਂਕਿ ਕ੍ਰੋਪਿੰਗ ਪੈਟਰਨ ਅਸੀਂ ਅਕੋਰਡਿੰਗ ਟੂ ਸੋਇਲ, ਅਕੋਰਡਿੰਗ ਟੂ ਸੀਜ਼ਨ ਅਡੋਪਟ ਕਰਦੇ ਹਾਂ। ਇਹਨਾਂ ਸਾਰਿਆਂ ਨੂੰ ਧਿਆਨ ਦੇ ਵਿੱਚ ਰੱਖਦੇ ਹੋਏ, ਆਪਣੀ ਲੈਂਡ ਦੀ ਫਰਟੀਲਿਟੀ ਨੂੰ ਧਿਆਨ ਦੇ ਵਿੱਚ ਰੱਖਦੇ ਹੋਏ ਅਡੋਪਟ ਕਰਦੇ ਹਾਂ। ਅਤੇ ਕ੍ਰੋਪਿੰਗ ਪੈਟਰਨ ਵੀ ਆਰਗੇਨਾਈਜੇਸ਼ਨਲ ਡਿਸੀਜ਼ਨਸ ਦੇ ਵਿੱਚ ਇੱਕ ਇੰਪੋਰਟੈਂਟ ਫੈਕਟਰ ਹੈ। ਉਸ ਤੋਂ ਬਾਅਦ ਹੈਗਾ ਜੀ ਫਾਰਮ ਸਟਰਕਚਰ। ਫਾਰਮ ਦਾ ਸਟਰਕਚਰ ਕਿਸ ਤਰ੍ਹਾਂ ਦਾ ਹੈ। ਫਾਰਮ ਤੁਹਾਡਾ ਰੋਡ ਦੇ ਉੱਪਰ ਹੈ, ਸਿਟੀ ਦੇ ਨੇੜੇ ਆ ਜਾਂ ਸਿਟੀ ਤੋਂ ਦੂਰ ਆ, ਜਾਂ ਉਹਦੇ ਵਿੱਚ ਫੈਂਸਿੰਗ ਲੱਗੀ ਪਈ ਆ ਜਾਂ ਨਹੀਂ ਲੱਗੀ ਹੋਈ, ਉੱਥੇ ਇਲੈਕਟ੍ਰਿਸਿਟੀ ਫੈਸਿਲਿਟੀ ਹੈਗੀ ਆ ਜਾਂ ਨਹੀਂ ਹੈਗੀ। ਇਹ ਸਾਰਾ ਕੁਛ ਵੀ ਬਹੁਤ ਜ਼ਿਆਦਾ ਮੈਟਰ ਕਰਦਾ ਹੈ। ਔਰ ਇਹ ਇੱਕ ਇੰਪੋਰਟੈਂਟ ਫੈਕਟਰ ਆ, ਇੱਕ ਇੰਪੋਰਟੈਂਟ ਡਿਸੀਜ਼ਨ ਹੈ ਜਿਹੜਾ ਮੈਨੇਜਮੈਂਟ ਡਿਸੀਜ਼ਨਸ ਦੇ ਵਿੱਚ ਹੈਗਾ। ਉਸ ਤੋਂ ਬਾਅਦ ਡਿਸੀਜ਼ਨਸ ਰਿਗਾਰਡਿੰਗ ਸੋਇਲ ਕੰਜ਼ਰਵੇਸ਼ਨ। Decisions are required to be taken by the farmer that maximum soil may be used for the production purpose. Land should not be wasted unnecessarily in passages. ਇਸ ਤਰ੍ਹਾਂ ਨਾ ਹੋਵੇ ਕਿ ਅਸੀਂ ਬਾਊਂਡਰੀਜ਼ ਦੇ ਲਈ, ਪੈਸੇਜ ਦੇ ਲਈ ਬਹੁਤ ਸਾਰੀਆਂ ਜਿਹੜੀ ਲੈਂਡ ਆ ਉਹਨੂੰ ਫਰੀ ਪਈ ਰਹਿਣ ਦਈਏ, ਅਤੇ ਸੋਇਲ ਨੂੰ ਬੈਸਟ ਯੂਜ਼ ਕਰਨ ਦੇ ਲਈ, ਸੋਇਲ ਲੈਂਡ ਦਾ ਬੈਸਟ ਯੂਜ਼ ਕਰਨ ਦੇ ਲਈ ਸੂਟੇਬਲ ਇਰੀਗੇਸ਼ਨ ਫੈਸਿਲਿਟੀਜ਼ ਜਿਹੜੀਆਂ ਉਹਦੇ ਵਿੱਚ ਅਵੇਲੇਬਲ ਹੋਣੀਆਂ ਵੀ ਕਾਫੀ ਇੰਪੋਰਟੈਂਟ ਫੈਕਟਰ ਹੈਗੇ ਆ। ਨੈਕਸਟ ਹੈਗਾ ਜੀ ਫਾਰਮ ਬਿਲਡਿੰਗ। ਫਾਰਮ ਬਿਲਡਿੰਗ ਹੈ ਜਿਹੜੀ ਉਹ ਵੀ ਐਵਰੀ ਫਾਰਮ ਵੈਦਰ ਲਾਰਜ ਔਰ ਸਮੋਲ ਰਿਕੁਆਇਰ ਸਰਟਨ ਬਿਲਡਿੰਗ। ਹੁਣ ਉਹ ਬਿਲਡਿੰਗ ਕਿੰਨੀ ਆ, ਤੁਹਾਡੇ ਕੋਲ ਕੈਟਲ ਸ਼ੈੱਡ ਹੈਗਾ ਕਿ ਨਹੀਂ, ਸ਼ੈੱਡ ਫॉर ਟਰੈਕਟਰ ਐਂਡ ਮਸ਼ੀਨਰੀ ਹੈਗਾ ਕਿ ਨਹੀਂ। ਜੇ ਸਾਰੀਆਂ ਚੀਜ਼ਾਂ ਹੈਗੀਆਂ ਤਾਂ ਉਹ ਅਲੱਗ ਤਰ੍ਹਾਂ ਉਹ ਤੁਹਾਡੀ ਆਊਟਪੁੱਟ ਨੂੰ, ਤੁਹਾਡੇ ਪ੍ਰੋਫਿਟ ਨੂੰ ਇਫੈਕਟ ਕਰਨਗੀਆਂ। ਜੇ ਨਹੀਂ ਹੈ ਤਾਂ ਉਹ ਅਲੱਗ ਤਰ੍ਹਾਂ ਇਫੈਕਟ ਕਰਨਗੀਆਂ। ਇਸ ਲਈ ਇਹ ਸਾਰੀਆਂ ਵੀ ਕਾਫੀ ਇੰਪੋਰਟੈਂਟ ਫੈਕਟਰਸ ਆ ਜਿਹੜੇ ਆਰਗੇਨਾਈਜੇਸ਼ਨਲ ਡਿਸੀਜ਼ਨਸ ਨੂੰ ਪ੍ਰਭਾਵਿਤ ਕਰਦੇ ਆ। ਨੈਕਸਟ ਹੈਗਾ ਜੀ ਫੈਕਟਰਸ ਰਿਲੇਟਡ ਵਿਦ ਆਪਰੇਸ਼ਨਲ ਡਿਸੀਜ਼ਨਸ। ਆਪਰੇਸ਼ਨਲ ਡਿਸੀਜ਼ਨਸ ਜਿਸ ਤਰ੍ਹਾਂ ਅਸੀਂ ਲਾਸਟ ਲੈਕਚਰ ਦੇ ਵਿੱਚ ਵੀ ਕੀਤਾ ਸੀ, ਜਿਹੜੇ ਡੇ ਟੂ ਡੇ ਐਕਟੀਵਿਟੀਜ਼ ਹੁੰਦੀਆਂ ਫਾਰਮ ਦੇ ਵਿੱਚ, ਉਹਨਾਂ ਰਿਲੇਟਡ ਜਿਹੜੇ ਡਿਸੀਜ਼ਨਸ ਆ ਲਏ ਜਾਂਦੇ ਆ। ਇਹਦੇ ਵਿੱਚ ਸਭ ਤੋਂ ਪਹਿਲਾਂ ਜਿਹੜਾ ਹੈਗਾ ਜੀ ਡਿਵੀਜ਼ਨ ਆਫ ਵਰਕ, ਕਿ ਤੁਹਾਡੇ ਕੋਲ ਲੇਬਰਰ ਤਾਂ ਹੈਗੇ ਆ, ਹੁਣ ਉਹਨਾਂ ਦੇ ਵਿੱਚ ਕੰਮ ਨੂੰ ਕਿਸ ਤਰ੍ਹਾਂ ਵੰਡਿਆ ਜਾਵੇ, ਇੱਕ ਇੰਪੋਰਟੈਂਟ ਡਿਸੀਜ਼ਨ ਆ। ਦੈਨ ਸੋਇੰਗ ਆਫ ਕ੍ਰੋਪਸ। ਹੁਣ ਫਾਰਮਰ ਨੇ ਇਹ ਵੀ ਡਿਸਾਈਡ ਕਰਨਾ ਹੁੰਦਾ ਕਿ ਅਲੱਗ-ਅਲੱਗ ਕ੍ਰੋਪਸ ਨੂੰ ਕਿਸ ਤਰ੍ਹਾਂ ਅਲੱਗ-ਅਲੱਗ ਟਾਈਮ 'ਤੇ ਸਹੀ ਟਾਈਮ ਦੇ ਉੱਤੇ ਕ੍ਰੋਪ ਨੂੰ ਬੀਜਣਾ, ਕਾਫੀ ਇੰਪੋਰਟੈਂਟ ਡਿਸੀਜ਼ਨ। ਉਸ ਤੋਂ ਬਾਅਦ ਵਰਾਇਟੀ ਆਫ ਕ੍ਰੋਪਸ। ਤੁਸੀਂ ਇੱਕ ਹੀ ਤਰ੍ਹਾਂ ਦੀ ਕ੍ਰੋਪ ਉਗਾਉਣੀ ਆ ਜਾਂ ਕਿ ਵਰਾਇਟੀ ਆਫ ਕ੍ਰੋਪਸ ਉਗਾਉਣੀ ਆ। ਜੇ ਤੁਸੀਂ ਵਰਾਇਟੀ ਆਫ ਕ੍ਰੋਪਸ ਵਾਲਾ ਜਿਹੜਾ ਆਪਸ਼ਨ ਲੈਂਦੇ ਆ ਤਾਂ ਫਿਰ ਉਹਦੇ ਵਿੱਚ ਵੀ ਕਿਹੜੀਆਂ ਕ੍ਰੋਪਸ। ਉਸ ਤੋਂ ਬਾਅਦ ਹਾਰਵੈਸਟਿੰਗ ਆ ਕਿ ਉਹ ਪ੍ਰੋਪਰ ਟਾਈਮ ਦੇ ਉੱਤੇ ਉਹਦੀ ਹਾਰਵੈਸਟਿੰਗ ਆ ਜਿਹੜੀ ਕੀਤੀ ਜਾ ਸਕੇ, ਤਾਂ ਜੋ ਮੈਕਸੀਮਮ ਯੀਲਡ ਆ ਜਿਹੜੀ ਸਾਨੂੰ ਮੈਕਸੀਮਮ ਆਊਟਪੁੱਟ ਆ ਜਿਹੜੀ ਉਹ ਪ੍ਰਾਪਤ ਹੋ ਸਕੇ। ਉਸ ਤੋਂ ਬਾਅਦ ਪਲਾਂਟ ਪ੍ਰੋਟੈਕਸ਼ਨ ਮੇਜਰਸ। It is very much required to develop the crops and apply all the plant protection measures, ਜਿਹਦੇ ਵਿੱਚ ਫਰਟੀਲਾਈਜ਼ਰਸ, ਪੈਸਟੀਸਾਈਡਸ ਇਹ ਸਾਰੇ ਅਸੀਂ ਯੂਜ਼ ਕਰਦੇ ਹਾਂ ਤਾਂ ਜੋ ਸਾਡੀ ਜਿਹੜੀ ਆਊਟਪੁੱਟ ਆ ਉਹ ਮੈਕਸੀਮਮ ਹੋ ਜਾਏ। ਉਸ ਤੋਂ ਬਾਅਦ ਲਾਸਟ ਦੇ ਵਿੱਚ ਹੈਗਾ ਜੀ ਕਿ ਸੇਲ ਆਫ ਦੀ ਪ੍ਰੋਡਕਟ ਦੀ ਸੇਲ ਕਿੱਥੇ ਕੀਤੀ ਜਾਣੀ ਆ। ਤੁਸੀਂ ਉਸਨੂੰ ਲੋਕਲ ਮਾਰਕੀਟ 'ਚ ਕਰੋਗੇ ਜਾਂ ਕਿ ਉਸਨੂੰ ਤੁਸੀਂ ਔਰਗੇਨਾਈਜ਼ ਮਾਰਕੀਟ 'ਚ ਕਰੋਗੇ ਜਾਂ ਅਨਔਰਗੇਨਾਈਜ਼ਡ ਮਾਰਕੀਟ 'ਚ ਕਰੋਗੇ, ਸਿਟੀ ਦੇ ਵਿੱਚ ਕਰੋਗੇ ਜਾਂ ਵਿਲੇਜ ਮਾਰਕੀਟ ਦੇ ਵਿੱਚ ਕਰੋਗੇ, ਇਹ ਮੈਟਰ ਕਰਦਾ ਤਾਂ ਜੋ ਤੁਹਾਡੀ ਜਿਹੜੀ ਪ੍ਰੋਡਕਸ਼ਨ ਜਿਹੜੀ ਹੋਈ ਹੈ ਉਹ ਤੋਂ ਤੁਹਾਨੂੰ ਮੈਕਸੀਮਮ ਜਿਹੜੀ ਰੈਵਨਿਊ ਆ ਉਹ ਮਿਲ ਸਕੇ। ਇਹ ਫੈਕਟਰਸ ਨੇ ਜਿਹੜੇ ਤੁਹਾਡੇ ਆਪਰੇਸ਼ਨਲ ਡਿਸੀਜ਼ਨਸ ਨੂੰ ਪ੍ਰਭਾਵਿਤ ਕਰਦੇ ਆ, ਆਪਰੇਸ਼ਨਲ ਡਿਸੀਜ਼ਨ ਨਾਲ ਰਿਲੇਟਡ ਨੇ। ਇਹ ਸੀਗੇ ਉਹ ਫੈਕਟਰਸ ਜਿਹੜੇ ਤੁਹਾਡੇ ਆਰਗੇਨਾਈਜੇਸ਼ਨਲ ਡਿਸੀਜ਼ਨਸ ਨਾਲ ਰਿਲੇਟਡ ਨੇ ਅਤੇ ਆਪਰੇਸ਼ਨਲ ਡਿਸੀਜ਼ਨ ਨਾਲ ਰਿਲੇਟਡ ਨੇ। ਨੈਕਸਟ ਜਿਹੜਾ ਟੋਪਿਕ ਆ ਆਪਾਂ ਅਗਲੇ ਲੈਕਚਰ 'ਚ ਕਰਾਂਗੇ। ਥੈਂਕ ਯੂ ਸੋ ਮਚ।